ਉਹ ਕੁਝ ਦੋਸਤ ਆਏ ਉਹਨਾਂ ਆ ਕੇ ਨਾ ਤੇ ਗ੍ਰਹਿ ਸਾਹਿਬ ਨੂੰ ਮੁਬਾਰਕਾਂ ਦੇ ਰਹੇ ਸਨ ਤੇ ਗ੍ਰਹਿ ਸਾਹਿਬ ਮੁਬਾਰਕ ਹੋਏ, ਤੁਹਾਡੇ ਦੁਸ਼ਮਣ ਮਰ ਗਏ ਨੇ। ਅੱਛਾ। ਗ੍ਰਹਿ ਸਾਹਿਬ ਖੈਰ ਮੁਬਾਰਕਾਂ ਕਹਿ ਰਹੇ ਸਨ। ਜਵੇਦ ਗਰਾਇਆ ਆ ਪਿਪਲੀ ਗਰਾਇਆ, ਅੱਛਾ, ਗੁਜਰਾਂਵਾਲੇ ਦੇ ਵਿੱਚ ਉਹ ਪਿੰਡ ਹੈ। ਠੀਕ ਹੈ। ਉਹ ਜਦੋਂ ਮੁਬਾਰਕਾਂ ਲੈ ਰਹੇ ਸਨ ਤੇ ਅੱਧੇ ਕੋ ਘੰਟੇ ਬਾਅਦ ਨਾ ਸੁਪਰਡੈਂਟ ਜੇਲ੍ਹ ਸਾਹਿਬ, ਮੈਂ ਕੁਦਰਤੀ ਟੀਚਰ ਸਾਂ, ਮਜ਼ਹਬੀ ਟੀਚਰ ਸਾਂ, ਤੇ ਸੁਪਰਡੈਂਟ ਜੇਲ੍ਹ ਸਾਹਿਬ ਨੇ ਮੈਨੂੰ ਬਾਰੀ 'ਚ ਬੁਲਾਇਆ ਸੀ ਕਿਸੇ ਕੰਮ ਵਾਸਤੇ। ਉਹਨਾਂ ਦੇ ਦਫ਼ਤਰ ਇੱਕ ਫੋਨ ਆਇਆ ਕਿ ਉਹਨਾਂ ਕਿਹਾ ਜਵੇਦ ਗਰਾਏ ਦੀ ਸਾਰੀ ਫੈਮਿਲੀ ਕਤਲ ਹੋ ਗਈ ਹੈ। ਅੱਛਾ, ਉਹਦੇ ਮੁਬਾਰਕਾਂ ਚੱਲਦੀਆਂ ਅਜੇ ਮੁਬਾਰਕਾਂ ਚੱਲ ਰਹੀਆਂ ਸਨ। ਅੱਛਾ। ਤੇ ਫੋਨ ਆ ਗਿਆ ਜੀ ਜਵੇਦ ਗਰਾਏ ਦੀ ਸਾਰੀ ਫੈਮਿਲੀ ਕਤਲ ਹੋ ਗਈ ਹੈ, 14 ਕਤਲ ਹੋ ਗਏ ਨੇ ਪਿਪਲੀ ਗਰਾਏ। ਅੱਛਾ, ਇਹਦੇ ਮੁਬਾਰਕਾਂ ਹੁੰਦੀਆਂ ਨੇ ਪਈਆਂ ਕਿ ਬਈ ਤੁਸੀਂ ਜਿਹੜਾ ਕਤਲ ਕੀਤਾ ਜਾਂ ਜਦ ਮਾਮਲਾ ਹੋਇਆ ਉਹਦੇ ਵਾਸਤੇ ਤੁਹਾਨੂੰ ਮੁਬਾਰਕ ਹੋਏ। ਮੁਬਾਰਕ ਹੋਏ। ਤੇ 1 ਮਿੰਟ ਬਾਅਦ ਇਹ ਖਬਰ ਆ ਗਈ ਕਿ ਤੇਰੇ ਬੱਚੇ ਵੀ ਮਰ ਗਏ ਨੇ, ਤੇਰੀ ਮਾਂ ਵੀ ਮਰ ਗਈ, ਤੇਰੀਆਂ ਭੈਣਾਂ ਵੀ, ਤੇਰੇ ਭਰਾ ਵੀ, ਸਾਰਾ ਕੁਝ ਕਤਲ ਹੋ ਗਿਆ। ਅਸਲਾਮ ਵਾਲੇਕੁਮ ਜੀ ਦੋਸਤੋ, ਮੇਰਾ ਨਾਮ ਹੈ ਮੁਹੰਮਦ ਯੂਨਸ ਤੇ ਤੁਸੀਂ ਵੇਖਦੇ ਹੋ ਪਏ YG TV। ਅੱਜ ਅਸੀਂ ਬੜਿਆਂ ਦਿਨਾਂ ਬਾਅਦ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਏ ਹਾਂ ਤੇ ਬੜੇ ਜੇ ਦੋਸਤਾਂ ਦੀ ਸਾਨੂੰ ਫੋਨ ਕਾਲਸ ਮਸੂਲ ਹੋਈਆਂ ਜਿਨ੍ਹਾਂ ਨੇ ਆਖਿਆ ਸੀ ਕਿ ਜਲਦੀ ਸਾਡੇ ਵਾਸਤੇ ਕੋਈ ਮੋਟੀਵੇਸ਼ਨਲ ਵੀਡੀਓ ਬਣਾਓ। ਰਾਣਾ ਸ਼ਾਹ ਸਾਹਿਬ ਸਾਡੇ ਨਾਲ ਮੌਜੂਦ ਨੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਵਾਰੀ ਤੁਹਾਨੂੰ ਕੋਈ ਨਾ ਕੋਈ ਨਸੀਹਤ ਆਮੋਜ਼ ਵੀਡੀਓ ਜਿਹੜੀ ਇਹਨਾਂ ਉਹ ਬਣਾ ਕੇ ਵਿਖਾਉਂਦੇ ਨੇ, ਕੋਈ ਨਸੀਹਤ ਆਮੋਜ਼ ਵਾਕਿਆ ਜਿਹੜਾ ਨੇ ਉਹ ਦੱਸਦੇ ਨੇ। ਅੱਜ ਵੀ ਤੁਹਾਨੂੰ ਇੱਕ ਅਸੀਂ ਨਸੀਹਤ ਆਮੋਜ਼ ਵਾਕਿਆ ਦੱਸਣ ਵਾਲੇ ਹਾਂ ਕਿ ਹਮੇਸ਼ਾ ਤੁਹਾਨੂੰ ਪਤਾ ਕਿ ਅਸੀਂ ਕਤਲਾਂ ਦੇ ਉੱਤੇ ਵੀਡੀਓ ਬਣਾਉਂਦੇ ਹਾਂ ਜਾਂ ਫਿਰ ਐਸੇ ਮਾਮਲੇ ਤੇ ਵੀਡੀਓ ਬਣਾਉਂਦੇ ਹਾਂ ਕਿ ਲੋਕ ਜਰਾਇਮ ਤੇ ਕ੍ਰਾਈਮ ਕਰਨ ਤੋਂ ਬਾਜ਼ ਆ ਜਾਣ। ਰਾਣਾ ਸਾਹਿਬ ਕੋਲ ਅੱਜ ਵੀ ਇੱਕ ਬੜਾ ਕੋਈ ਦਿਲਚਸਪ ਵਾਕਿਆ ਹੈ ਤੇ ਬੜਾ ਕੋਈ ਖਤਰਨਾਕ ਸਿਚੁਏਸ਼ਨ ਚ ਲੰਘਣ ਵਾਲਾ ਵਾਕਿਆ ਹੋਵੇ ਕਿ 14 ਕਤਲ ਹੋਏ ਨੇ ਤੇ ਕਿਉਂ ਹੋਏ ਨੇ, ਕਿਵੇਂ ਹੋਏ ਨੇ। ਕਤਲ ਦੱਸਣ ਦਾ ਮਤਲਬ ਸਿਰਫ ਇਹ ਹੁੰਦਾ ਹੈ ਕਿ ਖੁਦਾਰਾ ਕਿਸੇ ਤਰੀਕੇ ਤੁਸੀਂ ਕਤਲ ਹੋਣ ਤੋਂ ਤੇ ਕਤਲ ਕਰਨ ਤੋਂ ਬਾਅਦ ਜੋ ਬੰਦਾ ਐਵੇਂ ਲਪੇਟ ਵਿੱਚ ਆ ਜਾਂਦਾ ਕਤਲਾਂ ਦੇ ਵਿੱਚ, ਹੋਣ ਵਿੱਚ ਵੀ ਤੇ ਕਰਨ ਵਿੱਚ ਵੀ। ਰਾਣਾ ਸਾਹਿਬ ਕੋਲ ਪੁੱਛਣੇ ਆ ਕਿ ਕਿਵੇਂ 14 ਕਤਲ ਹੋਏ, ਕੀ ਤਰੀਕਾਕਾਰ ਹੋਇਆ, ਸਾਰੀ ਤਫਸੀਲ ਵਾਜ਼ਿਆ ਤੁਹਾਡਾ ਕਰਨੇ ਆ। ਰਾਣਾ ਸਾਹਿਬ ਸਲਾਮ ਅਲੈਕਮ। ਵਾਲੇਕੁਮ ਸਲਾਮ ਜੀ। ਯੂਨਸ ਸਾਹਿਬ ਠੀਕ ਹੋ? ਅੱਲਾ ਹੀ ਦਾਤ ਦਾ ਬੜਾ ਕਰਮ ਜਨਾਬ, ਤੁਸੀਂ ਸੁਣਾਓ ਸਾਹਿਬ। ਗੱਲ ਹੈ ਵੇ ਕਿ ਉਹ ਜਿਹੜਾ ਅਸੀਂ ਆਂਦੇ ਸਨ ਨਾ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਮੈਂ ਤੁਹਾਨੂੰ ਜਿਹਦਾ ਵਾਕਿਆ ਸੁਣਾਣਾ। ਗੁਜਰਾਂਵਾਲੇ ਜੇਲ੍ਹ ਦੇ ਵਿੱਚ ਸਾਂ 2012-13 ਦੀ ਗੱਲ ਹੈ। ਠੀਕ ਹੈ। ਮੈਂ ਨਾ ਅੱਜ ਉਹ ਇਸ ਵਾਸਤੇ ਲੈਣੇ ਨੇ ਕਿ ਮੇਰੀ ਗੱਲ ਤੇ ਕਿਉਂਕਿ ਜਿਹੜੇ ਦੋਸਤਾਂ ਨੂੰ ਪਤਾ ਲੱਗ ਜਾਏਗਾ ਕਿ ਵਾਕਈ ਕਿਰਦਾਰ ਉੱਥੇ ਮੌਜੂਦ ਸਨ ਤੇ ਇਬਰਤਨਾਕ ਵਾਕਿਆ। ਜਵੇਦ ਗਰਾਇਆ ਸਾਹਿਬ ਸਨ, ਇੱਕ ਸਜ਼ਾਏ ਮੌਤ ਦੇ ਕੈਦੀ ਸਨ ਗੁਜਰਾਂਵਾਲੇ ਜੇਲ੍ਹ ਚ। ਉਹਨਾਂ ਨੇ ਕੋਈ ਆਪਣੀ ਬਰਾਦਰੀ ਚ ਉਹਨਾਂ ਦਾ ਦੁਸ਼ਮਣੀ ਚੱਲ ਗਈ, ਚਾਚਿਆਂ ਬਾਬਿਆਂ ਦੀ। ਉਹਨਾਂ ਨੇ ਕਤਲ ਕਰ ਛੜੇ ਕੋਈ 2। ਸੈਫ ਗਰਾਏ ਨਾਲ ਉਹਨਾਂ ਦੀ ਦੁਸ਼ਮਣੀ ਸੀ। ਉਹ ਜਦੋਂ ਉਹਨਾਂ ਦੀ ਸੁਲ੍ਹਾ ਨਹੀਂ ਸੀ ਨਾ ਹੋ ਰਹੀ ਤੇ ਅੱਗੋਂ ਵਿੱਚੋਂ ਜੇਲ੍ਹ ਦੇ ਵਿੱਚੋਂ ਹੀ ਹਾਇਰ ਕਰਕੇ ਉਹਨਾਂ ਬੰਦੇ 2 ਕਾਇਲ ਕੀਤੇ ਕਿ ਤੁਸੀਂ ਜਾ ਕੇ ਸੈਫ ਗਰਾਏ ਨੂੰ ਕਤਲ ਕਰਨਾ। ਠੀਕ ਹੈ। ਉਹਨਾਂ ਜਾ ਕੇ ਸੈਫ ਗਰਾਏ ਨੂੰ ਤੇ ਉਹਦੇ ਇੱਕ ਦੋਸਤ ਨੂੰ ਕਤਲ ਕਰ ਛੜਿਆ। ਜੋ ਕਤਲ ਕੀਤਾ ਨਾ ਤੇ ਜੇਲ੍ਹ ਦੇ ਵਿੱਚ ਨਾ, ਕਿਉਂਕਿ ਜਰਾਇਮ ਹੀ ਡਿਸਕਸ ਹੁੰਦਾ, ਉਹ ਕੁਝ ਦੋਸਤ ਆਏ ਉਹਨਾਂ ਆ ਕੇ ਨਾ ਤੇ ਗਰਾਇਆ ਸਾਹਿਬ ਨੂੰ ਮੁਬਾਰਕਾਂ ਦੇ ਰਹੇ ਸਨ ਤੇ ਗਰਾਇਆ ਸਾਹਿਬ ਮੁਬਾਰਕ ਹੋਏ, ਤੁਹਾਡੇ ਦੁਸ਼ਮਣ ਮਰ ਗਏ ਨੇ। ਅੱਛਾ। ਗਰਾਇਆ ਸਾਹਿਬ ਖੈਰ ਮੁਬਾਰਕਾਂ ਕਹਿ ਰਹੇ ਸਨ। ਜਵੇਦ ਗਰਾਇਆ ਆ ਪਿਪਲੀ ਗਰਾਇਆ, ਅੱਛਾ, ਗੁਜਰਾਂਵਾਲੇ ਦੇ ਵਿੱਚ ਉਹ ਪਿੰਡ ਹੈ। ਠੀਕ ਹੈ। ਉਹ ਜਦੋਂ ਮੁਬਾਰਕਾਂ ਲੈ ਰਹੇ ਸਨ ਤੇ ਅੱਧੇ ਕੋ ਘੰਟੇ ਬਾਅਦ ਨਾ ਸੁਪਰਡੈਂਟ ਜੇਲ੍ਹ ਸਾਹਿਬ, ਮੈਂ ਕੁਦਰਤੀ ਟੀਚਰ ਸਾਂ, ਮਜ਼ਹਬੀ ਟੀਚਰ ਸਾਂ, ਤੇ ਸੁਪਰਡੈਂਟ ਜੇਲ੍ਹ ਸਾਹਿਬ ਨੇ ਮੈਨੂੰ ਬਾਰੀ 'ਚ ਬੁਲਾਇਆ ਸੀ ਕਿਸੇ ਕੰਮ ਵਾਸਤੇ। ਉਹਨਾਂ ਦੇ ਦਫ਼ਤਰ ਇੱਕ ਫੋਨ ਆਇਆ ਕਿ ਉਹਨਾਂ ਕਿਹਾ ਜਵੇਦ ਗਰਾਏ ਦੀ ਸਾਰੀ ਫੈਮਿਲੀ ਕਤਲ ਹੋ ਗਈ ਹੈ। ਅੱਛਾ, ਉਹਦੇ ਮੁਬਾਰਕਾਂ ਚੱਲਦੀਆਂ ਅਜੇ ਮੁਬਾਰਕਾਂ ਚੱਲ ਰਹੀਆਂ ਸਨ। ਅੱਛਾ। ਤੇ ਫੋਨ ਆ ਗਿਆ ਜੀ ਜਵੇਦ ਗਰਾਏ ਦੀ ਸਾਰੀ ਫੈਮਿਲੀ ਕਤਲ ਹੋ ਗਈ ਹੈ, 14 ਕਤਲ ਹੋ ਗਏ ਨੇ ਪਿਪਲੀ ਗਰਾਏ। ਅੱਛਾ, ਇਹਦੇ ਮੁਬਾਰਕਾਂ ਹੁੰਦੀਆਂ ਨੇ ਪਈਆਂ ਕਿ ਬਈ ਤੁਸੀਂ ਜਿਹੜਾ ਕਤਲ ਕੀਤਾ ਜਾਂ ਜਦ ਮਾਮਲਾ ਹੋਇਆ ਉਹਦੇ ਵਾਸਤੇ ਤੁਹਾਨੂੰ ਮੁਬਾਰਕ ਹੋਏ। ਮੁਬਾਰਕ ਹੋਏ। ਤੇ 1 ਮਿੰਟ ਬਾਅਦ ਇਹ ਖਬਰ ਆ ਗਈ ਕਿ ਤੇਰੇ ਬੱਚੇ ਵੀ ਮਰ ਗਏ ਨੇ, ਤੇਰੀ ਮਾਂ ਵੀ ਮਰ ਗਈ, ਤੇਰੀਆਂ ਭੈਣਾਂ ਵੀ, ਤੇਰੇ ਭਰਾ ਵੀ, ਸਾਰਾ ਕੁਝ ਕਤਲ ਹੋ ਗਿਆ। ਉਹ ਹੋਇਆ ਇਸ ਤਰ੍ਹਾਂ। ਯੂਨਸ ਸਾਹਿਬ, ਇਹ ਇਬਰਤ ਹੈ ਉਹਨਾਂ ਲੋਕਾਂ ਵਾਸਤੇ, ਇਬਰਤ ਹੈ ਕਿ ਜਿਹੜੇ ਬੰਦੇ 2 ਮਿੰਟ ਦੀ ਗਲਤੀ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਫਿਰ ਕਿੱਥੋਂ ਤੱਕ ਤੁਰ ਜਾਂਦੇ ਨੇ। ਔਰ ਐਂਡ ਵੀ ਤੁਹਾਨੂੰ ਮੈਂ ਦੱਸਣਾ ਫਿਰ ਐਂਡ ਕੀ ਹੋਇਆ। ਅੱਛਾ ਜਨਾਬ, ਹੋਇਆ ਇਹ ਕਿ ਜਦੋਂ 14 ਕਤਲ ਹੋ ਗਏ, ਫਿਰ ਸਫੇ ਮਾਤਮ, ਜਿੱਥੇ ਮੁਬਾਰਕਾਂ ਸਨ ਸਫੇ ਮਾਤਮ ਵਿੱਚ ਕੇ ਜੇਲ੍ਹ ਦੇ ਅੰਦਰ ਹੀ। ਜੇਲ੍ਹ ਦੇ ਅੰਦਰ 1 ਮਿੰਟ ਬਾਅਦ ਟੀਵੀ ਤੇ ਸਾਰੇ ਖਬਰ ਚੱਲ ਗਈ ਕਿ ਜਵੇਦ ਗਰਾਇਆ ਜੇਲ੍ਹ 'ਚ ਕੈਦ ਸੀ, ਉਹਦੀ ਫੈਮਿਲੀ ਸਾਰੀ ਕਤਲ ਹੋ ਗਈ। ਜੇ ਸੈਫ ਵਾਲੀ ਤੇ ਖਬਰ ਚੱਲੀ ਨਹੀਂ ਸੀ ਨਾ, ਉਹ ਤੇ ਉਹਦੇ ਤੱਕ ਖਬਰ ਸੀ ਨਾ, ਉਹਦਾ ਮੋਬਾਈਲ ਤੇ ਕਿਸ ਤਰ੍ਹਾਂ ਰਾਬਤਾ ਸੀ ਜਿਹਨੇ ਕਰਵਾਏ ਸਨ ਉਹਦੇ ਤੱਕ। ਅਜੇ ਜੋ ਟੀਵੀ ਤੇ ਖਬਰ ਚੱਲੀ ਕਿ ਪਿਪਲੀ ਗਰਾਏ ਦੇ ਵਿੱਚ 14 ਕਤਲ ਹੋ ਗਏ ਨੇ, ਜਿਹਦੇ 'ਚ ਇੱਕ ਵਕੀਲ ਸਾਹਿਬ ਸਨ ਗੁਲਫਾਮ ਵਾਲੇ, ਉਹ ਆਪਣੀ ਕਚਹਿਰੀ 'ਚ ਮੌਜੂਦ ਸਨ, ਲੇਕਿਨ ਉਹ ਵੀ ਸਜ਼ਾਏ ਬਹੁਤ ਬਾਅਦ 'ਚ ਹੋ ਗਏ ਕਿਉਂਕਿ ਐਡਾ ਕੇਸ ਹਾਈਲਾਈਟ ਹੋ ਗਿਆ। ਉਹ ਬੰਦੇ ਕਤਲ ਕਰਨ ਵਾਲਾ ਨਾ ਸੈਫ ਗਰਾਏ ਦਾ ਇੱਕ ਦੋਸਤ ਸੀ, ਉਹਦਾ ਨਾਮ ਗਲਬਨ ਤਨਵੀਰ ਸੀ ਮੇਰੇ ਜ਼ਿਹਨ 'ਚ। ਅੱਛਾ। ਉਹਨੇ ਕਤਲ ਇਸ ਵਾਸਤੇ ਕਰ ਛੜੇ ਹਨ ਕਿ ਮੇਰਾ ਯਾਰ ਕਤਲ ਹੋ ਗਿਆ, ਉਹਦੀ ਉਹਨੇ ਕੋਪ ਲਈ, ਉਹਦੇ ਬੂਹੇ ਕੇ ਗਿਆ ਜਵੇਦ ਗਰਾਏ ਕੇ ਅੱਗੇ। ਜਿਹੜਾ ਜੀ ਬਾਹਰ ਨਿਕਲਦਾ ਸੀ ਬ੍ਰੈਸਟ ਮਾਰੀ ਉਹਨਾਂ ਦੇ ਅੰਦਰ ਅੱਗ ਲਾ ਛੜੀ, ਉਹਨੇ ਸਾੜ ਛੜੇ ਹਨ ਵਿੱਚ ਜੀ। ਅੱਛਾ। 14 ਕਤਲ ਹੋਏ ਸਨ। ਕਤਲ ਕਰਨ ਵਾਲੇ ਵੀ ਗਰਾਇਆ ਬਰਾਦਰੀ ਸੀ ਤੇ ਹੋਣ ਵਾਲੇ ਵੀ ਗਰਾਇਆ ਬਰਾਦਰੀ ਸੀ। ਦੋਵੇਂ ਗਰਾਇਆ ਬਰਾਦਰੀ, ਸੈਫ ਗਰਾਇਆ ਤੇ ਜਵੇਦ ਗਰਾਇਆ ਜਿਹੜੇ ਮੇਨ 2 ਕੈਂਡੀਡੇਟ ਸਨ। ਐਂਡ ਫਿਰ ਯੂਨਸ ਸਾਹਿਬ, ਉਹ ਵੀ ਬੰਦੇ ਸਾਰੇ 11 ਬੰਦੇ ਉਹਦੇ 'ਚ ਸਜ਼ਾਏ ਮੌਤ ਹੋ ਗਏ। ਬੇਗੁਨਾਹ ਬੰਦੇ ਵੀ ਵਿੱਚ ਸਜ਼ਾਏ ਮੌਤ ਹੋ ਗਏ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ, ਕਿਉਂਕਿ ਉਹ ਬਾਈ ਮਾਰਿਆ ਇੱਕ ਨੇ ਸੀ, ਸਾਰਾ ਕੁਝ ਪਲਾਨ ਤੇ ਨਹੀਂ ਸੀ ਉਹਨਾਂ ਦਾ। ਕਤਲ ਤੇ 2 ਹੋਏ, ਅਜੇ ਖਬਰ ਹੁੰਦਿਆਂ ਨੂੰ
ਮਤਲਬ ਦੂਸਰਾ ਵਕੂਆ ਹੋ ਗਿਆ, ਇਹਦਾ ਮਤਲਬ ਜੇ ਸਾਰੀ ਫੈਮਿਲੀ ਪਲਾਨ 'ਚ ਸ਼ਾਮਲ ਹੈ ਨਹੀਂ ਸੀ ਹੋਈ। ਤੇ ਉਹਨੇ ਕਿਸੇ ਨਾ ਕਿਤੇ ਬਿੱਲੇ ਲੱਗ ਜਾਣਾ, ਕਿਸੇ ਨਾ ਕੋਈ ਸਮਝਾਉਂਦਾ, ਕੋਈ ਡਰਾਉਂਦਾ, ਕੋਈ ਯਾਰ ਇੰਜ ਨਾ ਕਰੇ, ਇੰਜ ਕਰਨੇ, ਉਹਨਾਂ ਨੂੰ ਦਫਨਾ ਲੈਣੇ, ਇੰਜ ਕਰ, ਲੇਕਿਨ ਉਹ ਫਿਰ 14 ਜਨਾਜ਼ੇ ਇਕੱਠੇ ਇੱਕੋ ਦਿਨ ਪਿਪਲੀ ਘਰਾਏ 'ਚੋਂ ਉੱਠੇ। ਯੂਨਸ ਸਾਹਿਬ ਉਹਨਾਂ ਦੀ ਵੀ ਸੁਲਾਹ ਹੋ ਗਈ ਹੈ। ਮੇਰੇ ਇੱਕ ਦਿਨ ਫਿਰ ਉਹਨਾਂ 'ਚੋਂ ਇੱਕ ਬੰਦੇ ਨਾਲ ਜਿਹੜੇ ਕਿਉਂਕਿ ਜੇਲ੍ਹ 'ਚ ਸਨ, ਉਹਨਾਂ ਨਾਲ ਮੇਰੀ ਗੱਪਸ਼ਪ ਲੱਗੀ, ਫੋਨ ਤੇ ਰਾਬਤਾ ਸੀ। ਮੈਂ ਕਿਹਾ ਭਾਜੀ ਕੀ ਬਣਿਆ? ਉਹਨੇ ਅੱਜ ਸਾਡੀ ਸੁਲਾਹ ਹੋ ਗਈ ਹੈ। ਮੈਂ ਯਾਰ ਇੰਨੇ ਜੀ ਮਰਵਾ ਕੇ ਸੁਲਾਹ ਕੀਤੀ ਜੇ। ਉਹਨੇ ਸਾਨੂੰ ਰਾਣਾ ਸਾਹਿਬ ਕੀ ਦਸੀਏ, ਘਰ ਉਜੜ ਗਿਆ। ਅੱਜ ਆਬਾਦ ਬਾਗਾਂ ਦੇ ਜਿਹੜਾ ਨਾ ਗਾਲੜ ਪਟਵਾਰੀ ਬਣ ਗਏ ਸਨ ਜਦੋਂ ਅਸੀਂ ਜੇਲ੍ਹ 'ਚੋਂ ਆਏ ਆ। ਸਾਡੀ ਹਰ ਸ਼ੈ ਤਬਾਹ ਹੋ ਗਈ ਹੈ। ਜਿਹੜੀਆਂ ਇਜ਼ਤਾਂ ਵਾਸਤੇ ਅਸੀਂ ਲੜੇ ਸਨ, ਉਸ ਬੰਦੇ ਦੀਆਂ ਅੱਖਾਂ 'ਚ ਅਥਰੂ ਸਨ। ਰੋ ਕੇ ਉਹਨੇ ਮੈਨੂੰ ਕਿਹਾ, ਉਹਨੇ ਕਿਹਾ ਸਾਡੀਆਂ ਬਾਅਦ 'ਚ ਇਜ਼ਤਾਂ ਵੀ ਮਹਫੂਜ਼ ਨਹੀਂ ਰਹੀਆਂ। ਮਤਲਬ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਜਦੋਂ ਘਰ ਦੇ ਸਰਬਰਾਹ ਜੇਲ੍ਹਾਂ 'ਚ ਟੁਰ ਜਾਂਦੇ ਨੇ, ਘਰ ਦੇ ਮੁਤਬਰ ਮਰ ਜਾਂਦੇ ਨੇ, ਘਰਾਂ ਦੇ ਹਾਲਾਤ ਖਰਾਬ ਹੋ ਜਾਂਦੇ ਨੇ। ਅੱਜ ਵੀ ਮੇਰੀ ਇਸ ਮਾਸ਼ਰੇ ਨੂੰ ਯੂਨਸ ਸਾਹਿਬ ਇਹ ਪੈਗਾਮ ਹੈ, ਉਹ ਇੱਥੇ ਮਾੜੀ ਮੋਟੀ ਕਿਸੇ ਚਾਚੇ ਬਾਬੇ ਦੀ ਬਰਦਾਸ਼ਤ ਕਰ ਲਿਆ ਕਰੋ। ਬਾਅਦ 'ਚ ਇਹ ਨਸਲਾਂ ਤਬਾਹ ਕਰਾਉਣ ਤੋਂ ਬਾਅਦ, ਇਜ਼ਤਾਂ ਤਬਾਹ ਕਰਵਾਉਣ ਤੋਂ ਬਾਅਦ ਰੋਣਾ ਜੇ ਨਾ, ਉਹ ਪਹਿਲੋਂ 2 ਮਿੰਟ ਬਰਦਾਸ਼ਤ ਕਰ ਲਓ। ਇਹ ਹੀ ਮੇਰਾ ਅੱਜ ਦਾ ਤੁਹਾਨੂੰ ਪੈਗਾਮ ਹੈ। ਰਾਣਾ ਸਾਹਿਬ, ਸਵਾਲ ਤੇ ਸਾਡੀ ਆਵਾਮ ਦੇ ਪੜੇ ਜੇ ਨੇ, ਲੋਕਾਂ ਨੇ ਮੈਨੂੰ ਪੜਾ ਜੇ ਕਮੈਂਟ ਬਾਕਸ ਵਿੱਚ ਸਾਨੂੰ ਐਪਰੀਸ਼ੀਏਟ ਵੀ ਕੀਤਾ ਹੈ, ਤੁਹਾਨੂੰ ਵੀ ਐਪਰੀਸ਼ੀਏਟ ਕੀਤਾ ਹੈ, ਤੁਹਾਨੂੰ ਲੋਕਾਂ ਨੇ ਦੁਆਵਾਂ ਵੀ ਦਿੱਤੀਆਂ ਨੇ ਕਿ ਇੱਕ ਤੁਹਾਨੂੰ ਮੋਟੀਵੇਸ਼ਨਲ ਸਪੀਚ ਤੇ ਮੋਟੀਵੇਸ਼ਨਲ ਜਿਹੜੇ ਸਾਨੂੰ ਕਿੱਸੇ ਸੁਣਾਏ ਨੇ ਉਹਦੇ ਤੋਂ ਬੜਾ ਜੇ ਲੋਕ ਸਿੱਖਦੇ ਨੇ ਪਏ। ਲੇਕਿਨ ਕੁਝ ਲੋਕਾਂ ਦੇ ਵਿੱਚ ਕਮੈਂਟ ਸਨ ਜਿਨ੍ਹਾਂ ਨੇ ਆਖਿਆ ਸੀ ਕਿ ਰਾਣਾ ਸਾਹਿਬ ਕੁਝ ਐਸੇ ਲੋਕ ਨੇ ਕਿ ਜਿਹੜੇ ਬਾਜ਼ ਨਹੀਂ ਆਉਂਦੇ ਹਨ, ਸਾਨੂੰ ਕਾਨੂੰਨ ਤੋਂ ਵੀ ਉਹ ਬਾਲਾਦਾਰ ਹੋ ਜਾਂਦੇ ਨੇ, ਕਿਸੇ ਸੂਰਤ ਬਾਜ਼ ਨਹੀਂ ਆਉਂਦੇ ਹਨ, ਲੋਕਾਂ ਦੀ ਇੱਜ਼ਤਾਂ ਮਹਿਫੂਜ਼ ਨਹੀਂ ਰਹਿੰਦੀਆਂ। ਸਮਝ ਲਓ ਕਿ ਫਰੌਨ ਟੈਪ ਲੋਕ ਹੁੰਦੇ ਨੇ। ਉਹਨਾਂ ਬਾਰੇ ਕੀ ਮੈਸੇਜ ਦੋਗੇ ਤੁਸੀਂ? ਮੈਂ ਨਾ ਗੌਰਮੈਂਟਾਂ ਦੇ ਮੈਂ ਸਾਰੀਆਂ ਵੇਖੇ, ਜਦੋਂ ਪੀਪਲ ਪਾਰਟੀ ਦੀ ਗੌਰਮੈਂਟ ਆਉਂਦੀ ਹੈ ਨਾ ਤੇ ਜੇਲ੍ਹਾਂ 'ਚ ਲੋਕ ਨਾਰੇ ਮਾਰਦੇ ਨੇ ਕਿ ਸਾਡੀ ਗੌਰਮੈਂਟ ਆ ਗਈ ਹੈ। ਇਹ ਜਦੋਂ ਨਵਾਜ਼ ਸ਼ਰੀਫ ਕੇ ਕੰਮ ਚੰਗੇ ਹੋਣਗੇ ਮਾੜੇ ਹੋਣਗੇ ਮੈਨੂੰ ਨਹੀਂ ਪਤਾ, ਇਹ ਮਾਸ਼ਰੇ ਵਾਸਤੇ ਜਿਹੜੇ ਲੋਕ ਨਸੂਰ ਬਣਦੇ ਨਾ, ਜਦੋਂ ਸ਼ਬਾਜ਼ ਸ਼ਰੀਫ ਦੀ ਗੌਰਮੈਂਟ ਆ ਜਾਂਦੀ ਹੈ ਤੇ ਜੇਲ੍ਹ 'ਚ ਡਿਕੇਟ ਜਿਹੜੇ ਨੇ ਸੌਂ ਜਾਂਦੇ ਨੇ। ਉਹ ਆਂਦੇ ਨੇ ਹੁਣ ਜੇਲੇ ਰਹਿਣਾ, ਬਾਹਰ ਨਹੀਂ ਜਾਣਾ, ਮਾਰ ਛੱਡਦੇ ਨੇ। ਨਵਾਜ਼ ਸ਼ਰੀਫ ਗੌਰਮੈਂਟ ਜਿਹੜੀ ਹੈ ਨਾ, ਸਮਝ ਲਓ ਕਿ ਜਿਹੜੇ ਇਹੋ ਜਿਹੇ ਲੋਕ ਨੇ ਨਾ ਜਿਹੜੇ ਮਾਸ਼ਰੇ ਵਾਸਤੇ ਨਸੂਰ ਨੇ, ਉਹਨਾਂ ਨੂੰ ਨਹੀਂ ਛੱਡਦੇ। ਅੱਜ ਵੀ ਤੁਹਾਡੇ ਸਾਹਮਣੇ ਮਿਸਾਲਾਂ ਨੇ, ਜਿਹੜਾ ਮਾਸ਼ਰੇ ਵਾਸਤੇ ਸਾਡੇ ਇਲਾਕੇ 'ਚ 2-3 ਕਤਲ ਤੁਹਾਨੂੰ ਪਤਾ ਪੁਲਿਸ ਮੁਕਾਬਲੇ 'ਚ ਹੋ ਗਏ ਨੇ, ਉਹ ਮਾਸ਼ਰੇ ਵਾਸਤੇ ਨਸੂਰ ਬਣੇ ਸਨ, ਮਾਰ ਛੜੇ ਨੇ। ਇਸ ਵਾਸਤੇ ਉਹਨਾਂ ਨੂੰ ਵੀ ਸਾਨੂੰ ਅੱਲਾ ਨੇ ਇਖਤਿਆਰ ਨਹੀਂ ਦਿੱਤੇ ਕਿ ਅਸੀਂ, ਜਦੋਂ ਕਿਉਂਕਿ ਗੌਰਮੈਂਟ ਸਾਡੀ, ਅੱਲਾ ਨੇ ਸਾਨੂੰ ਆਖਿਆ ਆਤੀਉल्लाह ਵਾਤੀਉ ਰਸੂਲ व उलिल अम्री मिनकुम, ਅੱਲਾ ਦੀ ਇਤਾਅਤ ਕਰੋ, ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੀ ਇਤਾਅਤ ਕਰੋ, ਤੇ ਫਿਰ ਵਕਤ ਦੇ ਹਾਕਮ ਦੀ ਇਤਾਅਤ ਕਰੋ। ਵਕਤ ਦਾ ਹਾਕਮ ਜੋ ਉਹਨਾਂ ਵਾਸਤੇ ਫੈਸਲਾ ਕਰਦਾ ਨਾ, ਉਹ ਸਾਡੇ ਵਾਸਤੇ ਬਿਹਤਰ ਹੈ। ਸਾਨੂੰ ਆਪਣੇ ਹੱਥ 'ਚ ਤਲਵਾਰ ਨਹੀਂ ਲੈਣੀ ਚਾਹੀਦੀ, ਕਿਸੇ ਵੀ ਸੂਰਤ 'ਚ ਆਪਣੀ ਨਸਲ ਦਾ, ਆਪਣੇ ਖਾਨਦਾਨ ਦਾ ਦਿਫਾਅ ਕਰਨਾ ਚਾਹੀਦਾ, ਲੇਕਿਨ ਉੱਥੋਂ ਤੱਕ ਹੀ ਕਰਨਾ ਚਾਹੀਦਾ ਜਿੱਥੇ ਆਪ ਹੀ ਬਚੇ ਰਹੋ ਤੇ ਸਾਡੀ ਇੱਜ਼ਤ ਵੀ ਬਚੀ ਰਹੇ। ਥੋੜੀ ਜਿਹੀ ਜ਼ਿੰਦਗੀ ਨੂੰ ਇੰਜੋਏ ਕਰੋ। ਅੱਜ ਵੇਖੋ ਨਾ, ਅਸੀਂ ਨਹਿਰ ਦੇ ਕਿਨਾਰੇ ਤੇ ਬੈਠੇ ਆ, ਜੇ ਸਾਡੀ ਦੁਸ਼ਮਣੀ ਹੋਏ 2 ਬੰਦੇ ਉੱਥੇ ਬੰਦੂਕਾਂ ਨੇ ਖਿਲਾਰ ਛੱਡਨੇ ਆ, 2 ਉੱਥੇ ਜ਼ਲੀਲੋ ਖੁਆਰ ਹੋ ਜਾਂਦੇ। ਔਰ ਜਿਨ੍ਹਾਂ ਬੰਦੂਕਾਂ ਚੁੱਕੀਆਂ ਨੇ, ਯੂਨਸ ਸਾਹਿਬ ਐਂਡ ਅੱਲਾ ਦੀ ਕਸਮ ਉਹਨਾਂ ਦਾ ਮੌਤ ਹੋਇਆ। ਮਤਲਬ ਕਈਆਂ ਲੋਕਾਂ ਸ਼ੌਕ ਨਾਲ ਚੁੱਕੀਆਂ ਨੇ ਸਾਡੇ ਇਲਾਕੇ 'ਚ, ਆ ਸਾਹਮਣੇ ਅੱਜ ਮੈਂ ਕਈਆਂ ਨੂੰ ਵੇਖਿਆ ਜਿਨ੍ਹਾਂ ਸ਼ੌਕ ਨਾਲ ਚੁੱਕੀਆਂ ਨੇ, ਲੇਕਿਨ ਉਹਨਾਂ ਨੂੰ ਫਿਰ ਵਜਾਣੀਆਂ ਪਈਆਂ ਨੇ। ਇਸ ਵਾਸਤੇ ਬੰਦੂਕਾਂ ਨੂੰ ਛੱਡ ਛੱਡੋ। ਮੇਰੇ ਕੋਈ ਦੋਸਤ ਨੇ ਉਹਨਾਂ ਨੂੰ ਮੈਂ ਆਖਿਆ ਯਾਰ ਆਪਣੀ ਗੱਡੀ 'ਚ ਵੀ ਹੌਸਲਾ ਹੌਸਲਾ ਨਾ ਰੱਖਿਆ ਕਰੋ, ਐਂਡ ਕਿਸੇ ਦਿਨ ਇਹਦਾ ਰਿਜ਼ਲਟ ਭੈੜਾ ਨਿਕਲ ਆਉਂਦਾ ਜੇ। ਤੇ ਅੱਜ ਮਤਲਬ ਕੁਝ ਲੋਕ ਸਿੱਖਦੇ ਨੇ, ਕੁਝ ਲੋਕ ਸਾਨੂੰ ਸ਼ੁਗਲ ਪੇ ਲਾਉਂਦੇ ਨੇ, ਲਓ ਜੀ ਜੇਲ੍ਹ 'ਚੋਂ ਆ ਕੇ ਤਬਲੀਗ ਪੇ ਕਰਦੇ ਨੇ। ਅੱਲਾ ਜਦੋਂ ਚਾਹੁੰਦਾ ਹਦਾਇਤ ਦੇ ਦਿੰਦਾ। ਮੈਂ ਜੇਲ੍ਹ 'ਚ ਦਰਸੇ ਨਿਜ਼ਾਮੀ ਕੀਤਾ ਸੀ ਨਾ, ਮਤਲਬ ਮੈਨੂੰ ਅੱਲਾ ਦਾ ਸ਼ੁਕਰ ਹੈ, ਮਤਲਬ ਬਿਹਤਰੀਨ ਕੋਸ਼ਿਸ਼ ਕਰਨੇ ਆ ਯਾਰ। ਕਮ ਸੇ ਕਮ ਅਸੀਂ 5 ਭਾਈ ਆ, ਸਾਰਿਆਂ ਦੀ ਮੈਨੂੰ ਪਤਾ ਕਿ ਕਿੰਜ ਸੁਲਾ ਸਲੂਕ ਨਾ ਰਹਿਣਾ, ਸਾਰਿਆਂ ਦੇ ਕਿਰਦਾਰ ਪੋਜ਼ਿਟਿਵ ਨਹੀਂ ਹੁੰਦੇ, ਲੇਕਿਨ ਉਹਨੂੰ ਨਾਲ ਲੈ ਕੇ ਚੱਲਦੇ ਆ ਕਿ ਯਾਰ ਕੋਈ ਇਖਤਲਾਫ ਨਜ਼ਰ ਨਾ ਕਿਸੇ ਨੂੰ ਆਏ। ਇਸ ਵਾਸਤੇ ਮੇਰਾ ਮਾਸ਼ਰੇ ਨੂੰ ਇਹ ਸਬਕ ਹੈ ਕਿ ਗੱਲ ਆਵੇ ਕਿ ਤੁਸੀਂ ਵੀ ਕੋਸ਼ਿਸ਼ ਕਰੋ, ਛੋਟੀ ਮੋਟੀ ਕੋਈ ਗਲਤੀ ਹੋ ਜਾਏ ਤੇ ਉਹਨੂੰ ਇਗਨੋਰ ਕਰਕੇ, ਸਾਈਡ ਤੋਂ ਦੀ ਕਰਕੇ, ਗੁਜ਼ਾਰਾ ਕਰਕੇ ਆਪਣਾ ਟਾਈਮ ਪਾਸ ਕਰ ਛੱਡੋ। ਲੋ ਜੀ, ਰਾਣਾ ਸਾਹਿਬ ਸਾਡੇ ਨਾਲ ਮੌਜੂਦ ਸਨ ਤੇ ਸਾਡੇ ਨਾਲ ਮੁਹੱਬਤ ਕਰਨ ਵਾਲੇ ਭਾਈਆਂ ਦਾ ਬਹੁਤ ਸ਼ੁਕਰੀਆ। ਅੱਜ ਵੀ ਅਸਾਂ ਟਾਈਮ ਕੱਢਿਆ ਕਿਉਂਕਿ ਰਾਣਾ ਸਾਹਿਬ ਦਾ ਵੀ ਕੋਈ ਸਪੈਸੀਫਿਕ ਕੰਮ ਹੈ, ਵੀਡੀਓ ਬਣਾਉਣਾ ਨਹੀਂ ਹੈ ਤੇ ਮੇਰਾ ਵੀ ਨਹੀਂ ਹੈ। ਤੇ ਅਸੀਂ ਜਦੋਂ ਸੋਚਨੇ ਆ ਕਿ ਜਦੋਂ ਆਵਾਮ ਫੋਨਸ ਕਰਦੀਆਂ ਨੇ, ਕਾਲਸ ਕਰਦੇ ਨੇ ਤੇ ਕਹਿੰਦੇ ਨੇ ਕਿ ਸਾਨੂੰ ਕੋਈ ਵੀਡੀਓ ਚਾਹੀਦੀ ਹੈ ਤੇ ਤੁਹਾਡੀ ਮੁਹੱਬਤ ਵਾਸਤੇ ਵੀਡੀਓ ਬਣਾ ਛੜੀਏ, ਤੇ ਇਸ ਵੇਲੇ ਅਸੀਂ ਤੁਹਾਨੂੰ ਪਤਾ ਕਿ ਆਊਟਡੋਰ ਤੇ ਵੀਡੀਓ ਬਣਾਉਂਦੇ ਆ, ਤੇ ਆਊਟਡੋਰ ਤੇ ਅਸੀਂ ਸੰਭੜਿਆਲ ਅਪਰ ਚਨਾਬ ਨਹਿਰ ਜਿਹੜੀ ਹੈ ਨਾ, ਔਰ ਇੱਕ ਕੰਡੇ ਦੇ ਉੱਤੇ ਬੈਠੇ ਆ ਤੇ ਬੜੀ ਸੋਹਣੀ ਤੇ ਠੰਡੀ ਜਿਹੀ ਹਵਾ ਚੱਲਦੀ ਹੈ ਨਾ ਵੀ ਰਾਣਾ ਸਾਹਿਬ। ਪਹਿਲਾਂ ਤੇ ਅਸੀਂ ਲੱਭਦੇ ਹਾਂ ਕਿ ਯਾਰ ਕੋਈ ਡੇਰਾ ਲੱਭੀਏ, ਲੇਕਿਨ ਤੁਹਾਨੂੰ ਪਤਾ ਕਿ ਬਰਸਾਤ ਦਾ ਜਿਹੜੇ ਮੌਸਮ ਨੇ ਇਹਦੇ ਵਿੱਚ ਡੇਰਿਆਂ ਦੀ ਤਵਾਸ਼ਾ ਬੜੀ ਘੱਟ ਚੱਲਦੀ ਹੈ ਤੇ ਇੱਥੇ ਬੜਾ ਜਿਹੜਾ ਨਾ ਵਿਊ ਬੜਾ ਛਾਂਦਾ ਪਿਆ। ਤੇ ਲੋ ਜੀ ਨਾਜ਼ਰੀਨ, ਤੁਹਾਡੇ ਵਾਸਤੇ ਇੱਕ ਵੀਡੀਓ ਸੀ, ਤੁਹਾਡੀ ਨਜ਼ਰ ਸੀ, ਤੇ ਇਹ ਇੱਕ ਬੜਾ ਹੀ ਇੱਕ ਨਸੀਹਤ ਦਾ ਮੌਜੂ ਵਾਕਿਆ ਸੀ ਕਿ ਇੱਕ ਮਤਲਬ ਵੇਖੋ 14 ਕਤਲ ਵੀ ਹੋ ਗਏ, 2 ਉਹਨਾਂ ਦੇ ਪਾ ਕੇ ਕਿੰਨੇ ਹੋ ਗਏ, 16 ਹੋ ਗਏ, 16 ਕਤਲ ਹੋ ਗਏ। ਤੇ 16 ਕਤਲਾਂ ਤੋਂ ਬਾਅਦ ਫਿਰ ਕੋਈ ਹੱਲ ਜਿਹੜਾ ਨਾ ਉਹ ਨਹੀਂ ਨਿਕਲਿਆ, ਸੁਲ੍ਹਾ ਕਰਨੀ ਪਈ। ਤੇ ਨਾਜ਼ਰੀਨ, ਤੁਹਾਡੇ ਅੱਗੇ ਵੀ ਗੁਜ਼ਾਰਿਸ਼ ਹੈ ਕਿ ਛੋਟੀ ਮੋਟੀ ਗੱਲ ਜਿਹੜੀ ਹੈ ਦਰਗੁਜ਼ਰ ਕਰ ਛੜਿਆ ਕਰੋ। ਜੇ ਕੋਈ ਫਰੌਨ ਨਾਲ ਵਾਹ ਪੈ ਜਾਵੇ ਤੇ ਫਿਰ ਵੱਖਰੀ ਗੱਲ ਹੈ, ਫਿਰ ਆਪਣੀ ਮਰਜ਼ੀ ਵੀ ਕਰ ਲਿਆ ਕਰੋ। ਅੱਲਾਹ ਹਾਫਿਜ਼।